ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਇ ਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰੱਥ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਂ ਤੇਹਾ ਹਉ ਕਰੀ ਵਖਿਆਨ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਅਪਾਰ ਰਹਿਮਤ ਕਿਰਪਾ ਮਿਹਰ ਕੀਤੀ ਹੈ। ਸਾਨੂੰ ਤੁਹਾਨੂੰ ਸਭ ਨੂੰ ਸੇਵਾ ਦਾ ਸੁਭਾਗ ਸਮਾਂ ਬਖਸ਼ੇ। ਨਿਤਨੇਮ ਦੀਆਂ ਅਮੋਲਕ ਦਾਤਾਂ, ਸਤਸੰਗਤ ਦੇ ਮਹਾਨ ਕੁੰਭ, ਸਤਿਗੁਰਾਂ ਦੇ ਅਗਾਧ ਬੋਧ ਬਚਨਾਂ ਦੀ ਵਿਚਾਰ, ਦਸ਼ਮੇਸ਼ ਪਿਤਾ ਉਹਨਾਂ ਦੇ ਅਮਰ ਜੀਵਨ ਦੀ ਵਿਚਾਰ ਕਥਾ ਵਿਚਾਰਨ ਦਾ, ਸੁਣਨ ਸੁਣਾਉਣ ਦਾ ਸੁਭਾਗ ਸਮਾਂ ਮਿਲਿਆ ਜੀ। ਜੋ ਵੀ ਗੁਰਸਿੱਖ ਪਿਆਰੇ ਸਤਿਗੁਰਾਂ ਦੇ ਚਰਨਾਂ ਚ ਆਪ ਜੀ ਮਨ ਕਰਕੇ ਜੁੜ ਰਹੇ ਹੋ ਜੀ, ਸਭ ਧੰਨਤਾ ਦੇ ਯੋਗ ਹੋ। ਸੋ ਆਓ, ਜਿਤਨਾ ਕੁ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਯਤਨ ਕਰੀਏ ਭਾਈ
ਮਹਾਰਾਜ ਦੇ ਚਰਨਾਂ 'ਚ ਮਨ ਕਰਕੇ ਜੁੜੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਜੋ ਰੂਹ ਦੀ ਖੁਰਾਕ ਹੈ, ਹਿਰਦੇ ਵਸਾਉਣ ਦਾ ਯਤਨ ਕਰੀਏ। ਅੱਜ ਦਾ ਜਿਹੜਾ ਸ਼ਬਦ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਬਚਨ ਉਚਾਰ ਰਹੇ ਨੇ। ਮਹਾਰਾਜ ਕਹਿੰਦੇ ਆ, ਹਰਿ ਜੀ ਸੱਚਾ ਸੱਚ ਤੂੰ, ਸਭ ਕੁਛ ਤੇਰਾ ਚੀਰੈ। ਕਹਿੰਦੇ ਐ ਰੱਬ ਜੀ, ਐ ਪ੍ਰਮਾਤਮਾ, ਤੂੰ ਪਿੱਛੇ ਵੀ ਸੱਚਾ ਸੀ, ਹੁਣ ਵੀ ਸਤ ਸਰੂਪ ਹੈ, ਅੱਗੇ ਨੂੰ ਵੀ ਤੂੰ ਸਤ ਸਰੂਪ ਹੀ ਹੋਏਗਾ। ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸੱਚ ਹੈ ਅਤੇ ਸਭ ਕੁਛ ਤੇਰੇ ਚੀਰੈ। ਚੀਰੈ ਕਹੀਏ ਜੀ ਦਫ਼ਤਰ 'ਚ ਹੈ, ਸਭ ਕੁਝ ਤੇਰੇ ਦਫ਼ਤਰ ਹੈ, ਤੇਰੇ ਹੱਕ 'ਚ ਹੈ। ਚੀਰੈ ਕਹੀਏ ਕਾਇਆ ਰੂਪੀ ਚਿੱਠੀ ਅੰਦਰ, ਸਭ ਕੁਝ ਤੇਰੇ ਹੁਕਮ ਦੇ ਅੰਦਰ ਹੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹਰ ਇੱਕ ਸ਼ੈ, ਸਭ ਕੁਛ ਰੱਬ ਦੇ ਹੁਕਮ 'ਚ ਹੈ ਜੀ। ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਝੂਲਦਾ। ਤੇ ਮਹਾਰਾਜ ਕਹਿੰਦੇ ਆ ਜੀ, 184 ਤਰਸ ਦੇ ਫਿਰੈ, ਬਿਨ ਗੁਰ ਭੇਟੇ ਪੀਰੈ। ਪੀਰੈ ਕਹੀਏ ਪੂਜਨਿਕ ਗੁਰੂ। ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਮਿਲਣ ਤੋਂ ਬਗੈਰ 184 ਤਰਸਦੇ ਫਿਰੈ। ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ 84 ਲੱਖ ਜੂਨੀਆਂ ਦੇ ਜੀਵ ਪ੍ਰਮਾਤਮਾ ਦੀ ਪ੍ਰਾਪਤੀ ਲਈ ਤਰਸਦੇ, ਲਲਚਾਉਂਦੇ ਫਿਰਦੇ ਨੇ, ਭਟਕਦੇ ਫਿਰਦੇ ਆ। ਕਹਿੰਦੇ ਉਹਨਾਂ ਨੂੰ ਬਿਨਾਂ ਗੁਰੂ ਸਾਹਿਬ ਤੋਂ, ਬਿਨਾਂ ਗੁਰ ਭੇਟੇ ਤੋਂ, ਗੁਰੂ ਨੂੰ ਮਿਲੇ ਤੋਂ ਬਿਨਾਂ ਪੀੜਾ ਬਣੀ ਰਹਿੰਦੀ ਹੈ ਜੀ, ਦੁੱਖ ਬਣਿਆ ਰਹਿੰਦਾ ਹੈ। ਭਾਵ ਜੰਮਣ ਮਰਨ ਦੀ ਪੀੜਾ ਜਿਹੜੀ ਆ, ਆਉਣ ਜਾਣ ਦਾ ਚੱਕਰ ਜਿਹੜਾ ਉਹ ਨਹੀਂ ਮੁੱਕਦਾ। ਇਹ ਦੁੱਖ ਜਿਹੜਾ ਹੈ, ਇਹ ਪੀੜਾ ਜਿਹੜੀ ਆ, ਕਾਲ ਦੀ ਪੀੜਾ, ਚਿੰਤਾ ਤ੍ਰਿਸ਼ਨਾ ਦੀ ਪੀੜਾ, ਮਾਇਆ ਦੀ ਪੀੜਾ ਹਮੇਸ਼ਾ ਬਣੀ ਰਹਿੰਦੀ ਹੈ। ਕਹਿੰਦੇ ਬਿਨਾਂ ਗੁਰੂ ਪੀਰਾਂ ਦੇ ਮਿਲਿਆਂ ਉਹ 84 'ਚ ਫਿਰਦੇ ਨੇ। ਭਾਵ ਗੁਰੂ ਦੀ ਪ੍ਰਾਪਤੀ ਬਿਨਾਂ ਉਹਨਾਂ ਦਾ ਜੀਵਨ ਨਖਿੱਧ ਜੁਨੀਆਂ ਵਾਂਗ ਹੀ ਦੁਖਦਾਈ ਬਣਿਆ ਰਹਿੰਦਾ ਹੈ। ਮਹਾਰਾਜ ਦੇ ਬਚਨ ਨੇ ਕਿ ਗੁਰ ਮੰਤਰਣ ਹੀਣ ਸਹਿ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ। ਕੁਕਰ ਹੈ, ਸ਼ੂਕਰ ਹੈ, ਗੰਧਵ ਹੈ, ਕੱਕ ਹੈ, ਸਰਪਨ ਹੈ, ਤੁਲਖਲ ਹੈ। ਭਾਵ ਗੁਰੂ ਦੇ ਮੰਤਰ ਉਪਦੇਸ਼ ਤੋਂ ਹੀਣੇ ਜਿਹੜੇ ਬੰਦੇ ਆ ਨਾ ਜੀ, ਹੁਣ ਇਹ ਬਚਨ ਜਿਹੜੇ ਨੇ ਨਾ ਮਹਾਰਾਜ ਦੇ ਸਾਨੂੰ ਸਮਝਾ ਰਹੇ ਆ, ਨਾ ਕਿ ਕਿਸੇ ਹੋਰ ਦੁਨੀਆ ਨੂੰ। ਜਿਹੜੇ ਅਸੀਂ ਸੁਣ ਰਹੇ ਆ ਨਾ,
ਜਾਕੂ ਸੁਣਾ ਰਿਹਾ, ਗੁਰਬਾਣੀ ਸਾਨੂੰ ਇਹ ਕਹਿ ਰਹੀ ਹੈ, ਨਾ ਕਿ ਕਿਸੇ ਹੋਰ ਨੂੰ। ਉਹ ਕਹਿੰਦੇ ਗੁਰੂ ਮੰਤਰ ਤੋਂ ਬਿਨਾਂ ਨਾ ਜੀ, ਬਿਨਾਂ ਗੁਰੂ ਧਾਰਿਆ ਗੁਰੂ ਦੇ ਉਪਦੇਸ਼ ਤੋਂ ਹੀਣੇ ਜਿਹੜੇ ਪ੍ਰਾਣੀ ਨੇ, ਉਹਨਾਂ ਦੇ ਜੀਵਨ ਨੂੰ ਤਿਰਕਾਰ ਹੈ, ਲਾਹਨਤ ਹੈ ਸੰਸਾਰ ਤੇ ਆਉਣ ਤੇ। ਉਹ ਕਹਿੰਦੇ ਉਹਨਾਂ ਦਾ ਜੀਵਨ ਭ੍ਰਿਸ਼ਟਿਆ ਹੋਇਆ। ਕਹਿਣਾ ਵੀ ਭ੍ਰਿਸ਼ਟਿਆ ਗਿਆ ਬੰਦਾ। ਫਿਰ ਭ੍ਰਿਸ਼ਟਿਆ ਕੀ? ਕੁੱਕਰ ਹੈ, ਸੂਕਰ ਹੈ, ਗਰਦਵ ਹੈ, ਕੱਕ ਹੈ, ਸਰਪਨ ਹੈ, ਤੁਲਖਲ ਹੈ। ਉਹ ਤਾਂ ਕਹਿੰਦੇ ਕੁੱਤਿਆਂ, ਸੂਰਾਂ, ਗਧਿਆਂ, ਕਾਮਾਂ, ਸੱਪਾਂ ਦੇ ਸਮਾਨ ਹੀ ਮੂਰਖ ਜੀ ਰਹੇ ਨੇ। ਕੁੱਤਿਆਂ ਵਾਂਗ, ਸੂਰਾਂ ਵਾਂਗ, ਗਧਿਆਂ ਵਾਂਗ, ਕਾਵਾਂ ਵਾਂਗ, ਸੱਪਾਂ ਵਾਂਗ ਜਿਉਣਾ ਉਹਨਾਂ ਦਾ ਜੀ, ਗੁਰੂ ਮੰਤਰ ਤੋਂ ਬਿਨਾਂ, ਗੁਰੂ ਉਪਦੇਸ਼ ਤੋਂ ਬਿਨਾਂ। ਭਾਵ ਗੁਰੂ ਸਾਹਿਬ ਤੋਂ ਬਿਨਾਂ ਭਟਕਣਾ ਹੀ ਭਟਕਣਾ ਹੈ। ਜੀਵਨਾ ਜਿਹੜਾ ਹੈ ਸਫਲਾ ਨਹੀਂ, ਪਰਵਾਰ ਨਹੀਂ ਹੋਏਗਾ। ਫਿਰ 184 ਭਰਮਦੇ ਮਨੁੱਖ ਦੇ ਹਰ ਪਾਏ। ਆ ਮਨੁੱਖਾ ਜਨਮ ਮਿਲਿਆ ਭਟਕਦਿਆਂ ਨੂੰ, ਇਹਨੂੰ ਅਜਾਈ ਨਾ ਗਵਾਈਏ। ਗੁਰੂ ਮੰਤਰ ਤੋਂ ਬਿਨਾਂ, ਉਪਦੇਸ਼ ਤੋਂ ਬਿਨਾਂ ਗੁਰਮੁਖੋ ਜੀਵਨ ਜਿਹੜਾ ਨਾ ਕੁੱਕਰਾਂ ਵਾਂਗ ਹੈ, ਸੱਪਾਂ ਵਾਂਗ ਹੈ, ਗਧਿਆਂ ਵਾਂਗ ਹੈ, ਕਾਵਾਂ ਵਾਂਗ ਹੈ, ਸੂਰਾਂ ਵਾਂਗ ਹੈ। ਜੇ ਗੁਰੂ ਦੀ ਵਿਚਾਰਨੀ, ਗੁਰੂ ਦਾ ਉਪਦੇਸ਼ ਨਹੀਂ, ਗੁਰੂ ਦੇ ਸ਼ਬਦ ਨੇ ਹੀ ਸਾਡਾ ਪਾਰ ਉਤਾਰਾ ਕਰਨਾ ਹੈ ਪ੍ਰੇਮੀਓ, ਸ਼ਬਦ ਤੋਂ ਬਿਨਾਂ ਨਹੀਂ। ਜਿਤਨਾ ਸਮਾਂ ਗੁਰੂ ਦੀ ਨਹੀਂ ਮੰਨਦੇ, ਗੁਰੂ ਨਹੀਂ ਧਾਰਨ ਕਰਦੇ ਨਾ ਜੀ, ਉਤਨਾ ਸਮਾਂ ਗੱਲ ਨਹੀਂ ਬਣਦੀ। ਗੁਰੂ ਬਿਨਾਂ ਗਤ ਨਹੀਂ, ਗੁਰੂ ਤੋਂ ਬਿਨਾਂ ਗਤ ਨਹੀਂ ਹੋਏਗੀ। ਗਤ ਗੁਰੂ ਨਾਲ ਹੋਏਗੀ ਸਾਡੀ, ਜੇ ਗੁਰੂ ਦਾ ਉਪਦੇਸ਼ ਹੈ। ਨਹੀਂ ਹੋਏਗਾ, ਭਟਕਣਾ ਮੁੱਕੇਗੀ। ਸੋ ਯਤਨ ਕਰੀਏ। ਆ ਜਿਹੜੀਆਂ ਟੇਢੀਆਂ ਮੇਢੀਆਂ ਜੂਨੀਆਂ ਨੇ, ਦੁਖੀ ਨੇ। ਗਧਿਆਂ ਵਾਂਗ ਬੰਦਾ ਭਾਰ ਢੋਂਦਾ, ਕਾਂ ਬਿਰਤੀ ਹੈ ਵੇਖੀ ਜਾਂਦਾ, ਤੇ ਕੁੱਤਿਆਂ ਵਾਂਗ ਹਲਕਾਏ ਕੁੱਤੇ ਵਾਂਗ ਥਾਂ ਥਾਂ ਤੇ ਮੂੰਹ ਮਾਰਦਾ ਫਿਰਦਾ। ਸੱਪ ਵਾਲਾ ਜੀਵਨ ਹੈ, ਕੁੰਡਲੀ ਮਾਰ ਕੇ ਬੈਠਿਆ ਰਹਿੰਦਾ ਪਦਾਰਥਾਂ ਤੇ, ਮਾਇਆ ਤੇ। ਮੇਰਾ ਬਾਣੀ ਕਹਿੰਦੀ ਹੈ ਕਿ ਭਾਈ ਨਾਮ ਬਿਨਾ ਜੋ ਪਹਿਰੇ ਖਾਏ। ਕਹਿੰਦੇ ਜਿਹੜੇ ਨਾਮ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਪੈਂਦੇ ਨੇ, ਖਾਂਦੇ ਨੇ, ਖਾਣਾ ਪੀਣਾ ਜਿਹੜਾ ਸਾਡਾ ਨਾ ਜੀ, ਉਹ ਕੀ ਹੈ? ਜਿਉਂ ਕੂਕਰ ਜੂਠਨ ਮਹਿ ਪਾਏ। ਜਿਉਂ ਕੂਕਰ ਜੂਠਨ ਮਹਿ ਪਾਏ। ਕੁੱਤਾ ਜਿਵੇਂ ਜੂਠ ਚ, ਗੰਦ ਚ ਮੂੰਹ ਮਾਰਦਾ ਫਿਰਦਾ ਨਾ, ਉਹ ਜੀਵਨ ਹੈ। ਬਾਣੀ ਕਹਿ ਰਹੀ ਹੈ, ਮੇਰੇ ਬਚਨ ਨਹੀਂ, ਗੁਰੂ ਸਾਹਿਬ ਸਮਝਾਉਂਦੇ। ਐਵੇਂ ਥੋੜੀ ਆ ਇੰਨਾ ਖਜ਼ਾਨਾ ਮਹਾਰਾਜ 1430 ਅੰਗ ਸਾਨੂੰ ਦੇ ਗਏ। ਲੋੜ ਕੀ ਸੀ? ਇਹ ਤੋਂ ਗਿਆਨ ਲੈਣਾ, ਜਿਉਣਾ ਆਵੇ। ਸਵਾਲ ਹੈ ਸੱਚੇ ਕਿਵੇਂ ਹੋਈਏ? ਗੁਰਬਾਣੀ ਫਿਰ ਰੱਬ ਦੀ ਰਜ਼ਾ ਵਿੱਚ ਰਹਿਣ ਦਾ ਸਲੀਕਾ, ਤਰੀਕਾ, ਸਾਧਨ ਦੱਸਦੀ ਹੈ, ਨੁਕਤੇ ਨੇ, ਪਕੜਨੇ ਨੇ। ਕਿ ਕੋਈ ਨਾ ਕੋਈ ਤਾਂ ਫਿੱਟ ਆਊਗੀ ਬਾਣੀ ਦੀ ਵਿਚਾਰ, ਕਿਤੇ ਨਾ ਕਿਤੇ ਤਾਂ ਮਨ ਸਮਝੂ, ਜਿਉਣਾ ਆ ਜਾਏ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਗੁਰਮੁਖੋ ਸਾਡਾ ਦਾਨ ਪੁੰਨ ਜੋ ਵੀ ਕਰਦੇ ਆ ਨਾ, ਗੁਰੂ ਦੇ ਮੰਤਰ ਤੋਂ ਬਿਨਾਂ ਸਫਲਾ ਨਹੀਂ, ਲੇਖੇ ਚ ਨਹੀਂ।
ਅਸੀਂ ਇਹ ਨਹੀਂ ਜਦੋਂ ਲੇਖੇ ਸਾਡਾ ਦਾਨ ਪੁੰਨ ਕਿਆ ਲੇਖੇ ਲੱਗਣਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਿਚਾਰ ਆਪਾਂ ਸੁਣੀ ਆ, ਬੜੀ ਵਾਰੀ ਸੁਣਾਈ ਵੀ। ਗੁਰੂ ਬਣਨ ਤੋਂ ਪਹਿਲਾਂ, ਗੁਰੂ ਬਣਨ ਤੋਂ ਪਹਿਲਾਂ ਅਵਸਥਾ ਜਿਹੜੀ ਸੀ ਨਾ, ਭਟਕਣਾ ਸੀ। ਜਾਂਦੇ ਸਨ ਹਰ ਸਾਲ ਇਸ਼ਨਾਨ ਕਰਨ ਦੇ ਲਈ ਗੰਗਾ ਦੇ, ਮਾਤ ਗੰਗਾ ਦੇ ਜਾਂਦੇ। ਤੇ ਗੁਰਮੁਖੋ ਹਰ ਸਾਲ ਜਾਇਆ ਕਰਦੇ। ਰਾਹ ਵਿੱਚ ਇੱਕ ਸਾਧੂ ਮਹਾਤਮਾ ਰੱਬ ਦਾ ਫਕੀਰ ਮਿਲਿਆ। ਰੱਬ ਦਾ ਫਕੀਰ ਮਿਲਿਆ ਜੋ ਕਿ ਬ੍ਰਹਮਚਾਰੂ ਸਾਧੂ ਸੀ। ਉਹ ਆਏ ਗਏ ਯਾਤਰੂਆਂ ਦੀ ਸੇਵਾ ਕਰਦਾ ਸੀਗਾ। ਸਰਾਂ ਬਣਾਈ ਹੋਈ ਉਹਨੇ ਧਰਮਸ਼ਾਲਾ, ਆਰਾਮ ਘਰ, ਰੈਸਟ ਹਾਊਸ ਆਪਾਂ ਕਹਿੰਦੇ ਆ। ਤੇ ਗੁਰੂ ਅਮਰਦਾਸ ਵੀ ਉਹਦੇ ਕੋਲ ਠਹਿਰੇ। ਉਹਨੇ ਆਓ ਭਗਤ ਕੀਤੀ, ਲੰਗਰ ਪ੍ਰਸ਼ਾਦਾ ਛਕਾਇਆ। ਤੇ ਮਹਾਰਾਜ ਨੇ ਉਹਨੂੰ, ਗੁਰੂ ਅਮਰਦਾਸ ਮਹਾਰਾਜ ਨੇ ਭਾਵ ਗੁਰੂ ਬਣਨ ਤੋਂ ਪਹਿਲਾਂ ਜੀ ਕੁਛ ਭੇਟ ਕੀਤਾ। ਜੋ ਵੀ ਉਹਨਾਂ ਕੋਲ ਦਮੜੀ ਸੀ, ਜੋ ਵੀ ਉਸ ਟਾਈਮ ਕੀਮਤ ਦੀ ਕੋਈ ਧਨ ਦੌਲਤ ਸੀ, ਕੋਈ ਆਨਾ ਦਵਾਨਾ, ਕੋਈ ਦਮੜੀ, ਉਹ ਭੇਟ ਕੀਤੀ ਉਸ ਸਰਾਂ ਦੇ ਮਾਲਕ ਨੂੰ। ਗਿਆਨ ਉਹਨੂੰ ਵੀ ਸੀ ਤੇ ਉਹਨੇ ਦਾਨ ਪੁੰਨ ਜਦੋਂ ਕੀਤਾ ਲੈ ਲਿਆ। ਤੇ ਗੁਰਮੁਖ ਪਿਆਰਿਓ, ਵਿਚਾਰਾਂ ਸੋਹਣੀਆਂ। ਤੇ ਉਹ ਮਹਾਤਮਾ ਆਖਣ ਲੱਗੇ ਗੁਰੂ ਸਾਹਿਬ ਨੂੰ, ਕਹਿੰਦੇ ਪੁਰਖਾ ਤੇਰਾ ਗੁਰੂ ਕੌਣ ਹੈ? ਤੇਰਾ ਗੁਰੂ ਕੌਣ ਹੈ? ਮਹਾਰਾਜ ਪਏ ਸਨ ਆਪਣੇ ਲੱਤ ਪਰ ਲੱਤ ਰੱਖ ਕੇ, ਖੱਬੇ ਗੋਡੇ ਤੇ ਲੱਤ ਰੱਖੀ ਆ। ਪਦਮਸੀ ਮਹਾਰਾਜ ਦੇ ਚਰਨ ਦੇ ਵਿੱਚ ਜਦੋਂ ਵੇਖਿਆ ਨਾ ਪਦਮਸ ਮਹਾਤਮਾ ਨੇ, ਸਰਾਂ ਦੇ ਮਾਲਕ ਨੇ, ਵੀ ਬਹੁਤ ਪ੍ਰਤਾਪੀ ਹੋਏਗਾ, ਕੌਣ ਗੁਰੂ ਆ? ਪੁੱਛਿਆ ਵੀ ਗੁਰੂ ਕੌਣ ਆ? ਗੁਰੂ ਕਿਹਨੂੰ ਬਣਾਇਆ? ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਮਹਾਤਮਾ ਜੀ ਅਜੇ ਤੱਕ ਤਾਂ ਕੋਈ ਨਹੀਂ ਆ, ਕੋਈ ਗੁਰੂ ਨਹੀਂ ਮੇਰਾ। ਜਦੋਂ ਇਹ ਸੁਣਿਆ ਨਾ ਜੀ, ਸੁਣ ਲਿਆ ਉਹਨੇ, ਤੂੰ ਆਖਣ ਲੱਗੇ ਪੁਰਖਾ ਤੂੰ ਗੁਰੂ ਨੂੰ ਧਾਰਨ ਕੀਤਾ ਅਜੇ ਤੱਕ, ਸੇਵਾ ਵੀ ਕੀਤੀ ਹੈ ਤੂੰ ਮੇਰੀ, ਆ ਭੇਟਾ ਦਿੱਤੀ ਆ। ਮੈਂ ਨਗੁਰੇ ਬੰਦੇ ਦੀ ਭੇਟਾ ਨਹੀਂ ਲੈਂਦਾ, ਮੈਂ ਨਗੁਰੇ ਬੰਦੇ ਦੀ ਭੇਟਾ ਨਹੀਂ ਲੈਂਦਾ, ਸੇਵਾ ਨਹੀਂ ਲੈਂਦਾ, ਮੈਂ ਨਰਕਾਂ ਨੂੰ ਲਿਆਉਂਦਾ। ਤੂੰ ਗੁਰੂ ਅਜੇ ਤੱਕ ਕੋਈ ਧਾਰਨੇ ਨਹੀਂ ਕੀਤਾ, ਮੈਨੂੰ ਵੀ ਤੂੰ ਪਾਪਾਂ ਦਾ ਭਾਗੀ ਬਣਾਇਆ। ਆ ਮੈਂ ਵੀ ਗੰਗਾ ਦੇ ਇਸ਼ਨਾਨ ਕਰਦਾ, ਮੇਰਾ ਕੀਤਾ ਹੋਇਆ ਉਹ ਗੰਗਾ ਦਾ ਇਸ਼ਨਾਨ ਮੇਰਾ ਨਿਫਲ ਹੋ ਗਿਆ, ਕੋਈ ਗੁਰੂ ਨਹੀਂ ਤੇਰਾ। ਇਹ ਜਦੋਂ ਬਚਨ ਸੁਣੇ ਨਾ ਗੁਰੂ ਅਮਰਦਾਸ ਮਹਾਰਾਜ ਨੇ, ਬੜਾ ਦੁੱਖ ਲੱਗਿਆ ਜੀ, ਬੜਾ ਦੁੱਖ ਹੋਇਆ ਕਿ ਨਗੁਰੇ ਬੰਦੇ ਦਾ ਆਹ ਹਾਲ। ਉਹ ਕਹਿੰਦੇ ਜੀ ਹਾਂ, ਨਗੁਰੇ ਬੰਦੇ ਦੀ ਉੱਥੇ ਕੋਈ ਥਾਂ ਨਹੀਂ। ਨਗੁਰੇ ਕਾ ਹੈ ਨਾਉ ਬੁਰਾ, ਨਗੁਰੇ ਬੰਦੇ ਦਾ ਨਾਮ ਲੈਣਾ ਵੀ ਬੁਰਾ ਹੈ। ਮੈਂ ਨਗੁਰੇ ਬੰਦੇ ਦਾ ਦਾਨ ਪੁੰਨ ਨਹੀਂ ਲੈਂਦਾ, ਨਾ ਉਹਨਾਂ ਦੇ ਸ਼ੱਕ ਦਾ ਸ਼ਕਾਉਣਾ। ਫਿਰ ਤੂੰ ਆਪਣਾ ਗੁਰੂ ਧਾਰਨ ਕਰ। ਸੱਟ ਵੱਜੀ ਜੀ, ਬੜੀ ਬਿਰਧ ਅਵਸਥਾ ਹੋ ਗਈ ਆ, ਬਜ਼ੁਰਗ ਹੋ ਗਏ, ਪਰ ਕਰਨ ਕੀ? ਘਰੇ ਆ ਗਏ, ਇਸੇ ਸੋਚ ਚਿੰਤਾ ਦੇ ਵਿੱਚ ਡੁੱਬ ਗਏ ਵੀ ਇੰਨੇ ਸਾਲ ਹੋ ਗਏ ਮੈਨੂੰ ਮਾਤ ਗੰਗਾ ਦੇ ਜਾਂਦੇ ਆ, ਅਜੇ ਤੱਕ ਕੋਈ ਗੱਲੇ ਨਹੀਂ ਬਣੀ, ਮੈਂ ਨਗੁਰੀ ਫਿਰਦਾ ਤੁਰਿਆ। ਚਵਾਰੇ 'ਚ ਜਾ ਕੇ ਪੈ ਗਏ ਜੀ।
ਚੁਬਾਰੇ 'ਚ ਚਿੰਤਾ ਲੱਗੀ ਹੋਈ ਵੀ ਕਰਾਂ ਕੀ ਕਰਾਂ। ਸੋ ਗੁਰੂ ਅਮਰਦਾਸ ਮਹਾਰਾਜ ਦੇ ਭਰਾ ਦੇ ਲੜਕੇ ਨੂੰ ਗੁਰੂ ਅੰਗਦ ਸਾਹਿਬ ਜੀ ਦੀ ਧੀ ਲੜਕੀ ਬੀਬੀ ਅਮਰੋ ਵਿਆਹੀ ਹੋਈ ਸੀ ਉਹ, ਤੇ ਅੰਮ੍ਰਿਤ ਵੇਲਾ ਹੋਇਆ। ਸਾਰੀ ਰਾਤ ਗੁਰੂ ਅਮਰਦਾਸ ਮਹਾਰਾਜ ਦੇ ਜਾਗਦੇ ਦੀ ਲੰਘੀ, ਚਿੰਤਾ ਮਨ ਚ ਕੀ ਕਰਾਂ। ਤੇ ਜਿਹੜਾ ਬੰਦਾ ਨਿਤਨੇਮੀ ਹੈ ਨਾ ਜੀ, ਉਹਨੇ ਉੱਠ ਕੇ ਆਪਣਾ ਨਿਤਨੇਮ ਕਰਨੀ ਹੈ। ਬੀਬੀ ਵੀਰੋ ਉੱਠੀ ਅੰਮ੍ਰਿਤ ਵੇਲੇ, ਵਾਹਿਗੁਰੂ ਬੀਬੀ ਅਮਰੋ ਉੱਠੀ, ਅੰਮ੍ਰਿਤ ਵੇਲੇ ਉੱਠੀ, ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਸਲੋਕ, ਗੁਰੂ ਅੰਗਦ ਮਹਾਰਾਜ ਜੀ ਦੇ ਸ਼ਬਦ ਪੜ੍ਹਨੇ ਸ਼ੁਰੂ ਕੀਤੇ ਅੰਮ੍ਰਿਤ ਵੇਲੇ ਬੀਬੀ ਅਮਰੋ ਨੇ। ਉਹ ਜਿਉਂ ਪੜ੍ਹਦੀ ਗਈ ਤੇ ਆਵਾਜ਼ ਜਿਹੜੀ ਸੀ ਬਾਣੀ ਦੀ ਗੁਰੂ ਅਮਰਦਾਸ ਮਹਾਰਾਜ ਦੇ ਕੰਨਾਂ 'ਚ ਪਈ, ਜਿਵੇਂ ਕੋਈ ਟਕਾ ਨਾਲ ਬਾਣੀ ਪੜ੍ਹਦਾ ਹੋਵੇ ਨਾ ਜੀ, ਟਕਾ ਨਾਲ, ਫਿਰ ਸੁਣਨ ਵਾਲੇ ਨੂੰ ਆਨੰਦ ਆਉਂਦਾ। ਜੇ ਰਾਂਦ ਜੀ ਕੱਢਦਾ ਉਹਦਾ ਫਿਰ ਨਾ ਸੁਣਨ ਵਾਲੇ ਦੇ ਪੱਲੇ ਨਾ ਸੁਣਾਉਣ ਵਾਲੇ ਦੇ ਪੱਲੇ। ਉਹ ਪ੍ਰੇਮ ਦੇ ਨਾਲ ਬਾਣੀ ਪੜ੍ਹਦੀ ਹੈ ਤੇ ਨਾਲ ਨਾਲ ਆਪਣੀ ਜਿਹੜੀ ਕਿਰਤ ਹੈ, ਘਰ ਦਾ ਕੰਮ ਉਹ ਕਰ ਰਹੀ ਹੈ। ਬੀਬੀ ਅਮਰੋ ਬਾਣੀ ਲੱਗੀ ਪੜ੍ਹਨ, ਆਵਾਜ਼ ਗੁਰੂ ਅਮਰਦਾਸ ਮਹਾਰਾਜ ਦੇ ਕੰਨਾਂ 'ਚ ਪਈ। ਸੁਣਦੇ ਨਾ ਜੀ ਉੱਠੇ ਚਵਾਰੇ ਚੋਂ, ਮੰਜੇ ਤੋਂ, ਸੁਣਦੇ ਹੇਠਾਂ ਉਤਰਨਾ ਸ਼ੁਰੂ ਹੋਇਆ ਉਹਨਾਂ ਦਾ। ਹੇਠਾਂ ਆ ਗਏ ਜੀ ਉਤਰ ਕੇ, ਹੌਲੀ ਹੌਲੀ ਉਹ ਬਾਣੀ ਪੜ੍ਹ ਰਹੀ ਆ। ਉਹ ਨੇੜੇ ਆਉਂਦੇ ਜਾਂਦੇ ਆ। ਨੁਗਰੇ ਦਾ ਹੈ ਨਾਉਪੁਰਾ, ਕੋਲ ਆਏ, ਬਾਣੀ ਪੜ੍ਹ ਰਹੀ ਹੈ ਬੀਬੀ ਅਮਰੋ। ਚਲੋ ਸਮਾਪਤੀ ਹੋਈ। ਉਹਨਾਂ ਨੇ ਗੁਰੂ ਨਾਨਕ ਦੇ ਚਰਨਾਂ 'ਚ, ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਤੇ ਜਿਉਂ ਹੀ ਉਹਨਾਂ ਨੇ ਸਮਾਪਤੀ ਕੀਤੀ, ਬੀਬੀ ਅਮਰੋ ਨੇ, ਗੁਰੂ ਅਮਰਦਾਸ ਮਹਾਰਾਜ ਨੇ ਬੀਬੀ ਅਮਰੋ ਦੇ ਚਰਨਾਂ ਤੇ ਪੈਰਾਂ ਤੇ ਮੱਥਾ ਟੇਕਿਆ। ਜਦੋਂ ਟੇਕਣ ਲੱਗੇ ਨਾ ਜੀ, ਮੱਥਾ ਨਮਸਕਾਰ ਕਰਨ ਲੱਗੇ, ਬੀਬੀ ਅਮਰੋ ਪਿੱਛੇ ਨੂੰ ਹੋ ਗਈ। ਆਖਣ ਲੱਗੀ, ਪਿਤਾ ਜੀ ਤੁਸੀਂ ਇਹ ਕੀ ਕਰਦੇ ਆ? ਕਿਉਂਕਿ ਸਹੁਰੇ ਦਾ ਭਰਾ ਪਿਤਾ ਹੀ ਹੋਇਆ ਨਾ। ਉਹ ਆਖਣ ਲੱਗੀ, ਤੁਸੀਂ ਕੀ ਕਰਨ ਲੱਗੇ? ਨੁਗਰੇ ਬੰਦੇ ਦੀ ਗੱਲ ਕਰਨੇ ਆ ਆਪਾਂ। ਫਿਰ ਗੁਰੂ ਮਿਲਣ ਤੋਂ ਬਾਅਦ ਕੀ ਹੁੰਦਾ ਹੈ? ਤੇ ਉਹ ਆਖਣ ਲੱਗੀ, ਪਿਤਾ ਜੀ ਮੇਰੇ ਪੈਰੀ ਹੱਥ ਕਿਉਂ ਲਾਉਂਦੇ? ਉਹ ਆਖਣ ਲੱਗੇ, ਧੀਏ ਮੈਂ ਤੇਰੇ ਥੋੜੀ ਲਾ ਰਿਹਾ। ਆ ਜਿਹਦੀਆਂ ਤੂੰ ਕਲਾਮਾਂ ਪੜ੍ਹਨੀਆਂ, ਆ ਜਿਹਦੇ ਤੂੰ ਬਚਨ ਪੜ੍ਹਨੀਆਂ, ਕਿਹਦੇ ਬਚਨ ਨੇ? ਮੈਂ ਉਹਨੂੰ ਲਾਏ ਆ। ਤੇ ਬੀਬੀ ਅਮਰੋ ਆਖਣ ਲੱਗੀ, ਪਿਤਾ ਜੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਤੇ ਮੇਰੇ ਗੁਰੂ ਪਿਤਾ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ, ਉਹਨਾਂ ਦੇ ਬਚਨ ਨੇ, ਤੁਰਕੀ ਬਾਣੀ। ਉਹ ਪੂਰਨ ਗੁਰੂ ਨੇ, ਗੁਰੂ ਨਾਨਕ ਸਾਹਿਬ ਜੀ। ਤੇ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ, ਧੀਏ ਫਿਰ ਮੈਨੂੰ ਉਹਨਾਂ ਨਾਲ ਮਿਲਾਪ ਕਰਾ, ਮੈਨੂੰ ਮਿਲਾ। ਉਹ ਆਖਣ ਲੱਗੀ, ਨਾ ਪਿਤਾ ਜੀ ਮੈਂ ਤੁਹਾਨੂੰ ਉਹਨਾਂ ਨਾਲ ਨਹੀਂ ਮਿਲਾ ਸਕਦੀ। ਕਿਉਂ? ਉਹ ਕਹਿੰਦੇ ਉਹਨਾਂ ਦੇ ਬਚਨ ਨੇ ਕਿ ਜਿਤਨਾ ਟਾਈਮ ਅਸੀਂ ਸੱਦੀਏ ਨਾ ਤੈਨੂੰ ਪੇਕੇ ਘਰ, ਜਿੰਨਾ ਟਾਈਮ ਤੈਨੂੰ ਸੱਦੀਏ ਨਾ ਤੂੰ ਆਉਣਾ ਨਹੀਂ। ਮਰਿਆਦਾ ਹੈ ਪਿਛਲੇ ਜ਼ਮਾਨੇ ਦੇ। ਹੁਣ ਤਾਂ ਆਪਾਂ ਨੂੰ ਪਤਾ ਹੀ ਹੈ, ਹੁਣ ਤਾਂ ਦੱਸਣ ਪੁੱਛਣ ਦੀ ਲੋੜ ਹੀ ਨਹੀਂ ਵੀ ਕੀ ਕੁਛ ਹੁੰਦਾ ਹੈ। ਉਹ ਆਖਣ ਲੱਗੀ, ਪਿਤਾ ਜੀ ਮੇਰੇ ਪਿਤਾ ਦੇ ਬਚਨ ਨੇ ਕਿ ਜਿਤਨਾ ਟਾਈਮ ਅਸੀਂ ਸੱਦੀਏ ਨਾ, ਜਿੰਨਾ ਤੱਕ ਅਸੀਂ ਬੁਲਾਉਂਦੇ ਨਹੀਂ ਤੈਨੂੰ, ਤੂੰ ਆਉਣਾ ਨਹੀਂ ਆਪਣੇ ਪੇਕੇ ਘਰ ਬਿਨਾਂ ਸੱਦੇ। ਮੈਂ ਉਹਨਾਂ ਦੇ ਬਚਨ ਨਿਭਾਉਣੇ ਆ, ਉਹਨਾਂ ਦਾ ਬੁਲਾਵਾ ਆਏਗਾ ਮੈਂ ਫੇਰ ਜਾਊਂ ਪੇਕੇ ਆਪਣੇ, ਨਹੀਂ ਮੈਂ ਜਾਂਦੀ ਨਹੀਂ। ਤੇ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ, ਧੀਏ ਉਹ ਤੇਰੀ ਭੁੱਲ ਮੈਂ ਆਪੇ ਬਖਸ਼ਾ ਲੂੰ, ਪਰ ਮੈਨੂੰ ਕਿਰਪਾ ਕਰ ਗੁਰੂ ਦੇ ਨਾਲ ਮਿਲਾ ਦੇ। ਮੈਂ ਬਹੁਤ ਤੜਫ ਰਿਹਾ, ਨਗੁਰਾ ਮੈਂ ਮਰ ਰਿਹਾ, ਜੀਵਨ ਖੁਆਰ ਹੋ ਰਿਹਾ, ਲੰਘ ਗਿਆ, ਵਿਰਧ ਅਵਸਥਾ ਹੋ ਗਈ, ਮੈਨੂੰ ਗੁਰੂ ਨੂੰ ਮਿਲਾ, ਲੈ ਕੇ ਚੱਲ ਛੇਤੀ। ਤਾਂਘ ਹੈ ਜੀ ਅੰਦਰ ਤੜਫਣਾ, ਜਿਹਦਾ ਅੰਦਰ ਦਾ ਕੁਛ
ਤਿਣਕਾ ਉਸ ਪਰਮਾਤਮਾ ਨਾਲ, ਗੁਰੂ ਨਾਲ ਜੁੜਦਾ, ਤਾਂਘ ਪੈਦਾ ਹੋ ਜਾਂਦੀ ਅੰਦਰ। ਉਹ ਕਹਿੰਦਾ ਮੈਨੂੰ ਮਿਲਾ। ਚਲੋ ਜੀ, ਵਚਨ ਮੰਨ ਕੇ ਉਹ ਤੁਰ ਪਿਆ। ਗੁਰੂ ਅੰਗਦ ਸਾਹਿਬ ਜੀ ਵੱਲ ਨੂੰ ਬੀਬੀ ਅਮਰੋ ਤੇ ਗੁਰੂ ਅਮਰਦਾਸ ਮਹਾਰਾਜ ਗਏ। ਬੀਬੀ ਅਮਰੋ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬਾਹਰ ਖੜੇ ਕਰ ਦਿੱਤਾ। ਤੁਸੀਂ ਇੱਥੇ ਹੀ ਰੁਕ ਜਾਓ, ਮੈਂ ਪੁੱਛ ਕੇ ਆਉਣੀ ਆ, ਮੈਂ ਪੁੱਛ ਕੇ ਆਉਣੀ ਆ। ਜੇ ਉਹ ਕਹਿਣਗੇ ਅੰਦਰ ਆਉਣ ਨੂੰ ਤੁਹਾਨੂੰ ਤਾਂ ਤੁਸੀਂ ਅੰਦਰ ਆ ਜਾਓ, ਬੁਲਾਉਣਗੇ ਤਾਂ ਮਿਲਾਵਾਂਗੀ, ਨਹੀਂ ਮੈਂ ਗੁਰੂ ਅਮਰਦਾਸ ਮਹਾਰਾਜ ਨੂੰ ਬਾਹਰ ਖੜੇ ਕਰ ਦਿੱਤਾ ਬੀਬੀ ਅਮਰੋ ਨੇ, ਤੇ ਆਪ ਅੰਦਰ ਚਲੀ ਗਈ। ਨਮਸਕਾਰ ਕੀਤੀ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਜਾ ਕੇ। ਤੇ ਗੁਰੂ ਅੰਗਦ ਸਾਹਿਬ ਜੀ ਆਖਣ ਲੱਗੇ, ਕਹਿੰਦੇ ਧੀਏ, ਤੈਨੂੰ ਕਿਹਾ ਤੀ ਤੂੰ ਬਿਨ ਬੁਲਾਇਆ ਆਉਣਾ ਨਹੀਂ। ਤੈਨੂੰ ਬਚਨ ਕੀਤਾ ਸੀ ਕਿ ਜਿੰਨਾ ਟਾਈਮ ਅਸੀਂ ਤੈਨੂੰ ਸੱਦਦੇ ਨਹੀਂ ਨਾ, ਤੂੰ ਆਉਣਾ ਨਹੀਂ। ਬਿਨ ਪੁੱਛੇ ਕਿਉਂ ਆਈਆਂ, ਬਿਨ ਬੁਲਾਇਆ ਕਿਉਂ ਆਈਆਂ? ਤੇ ਉਹਦੇ ਬੋਲਣ ਤੋਂ ਪਹਿਲਾਂ, ਬੀਬੀ ਅਮਰੋ ਦੇ ਬੋਲਣ ਤੋਂ ਪਹਿਲਾਂ ਮਹਾਰਾਜ ਨੇ ਬਚਨ ਕੀਤਾ। ਗੁਰੂ ਅੰਗਦ ਸਾਹਿਬ ਜੀ ਨੇ ਆਖਣ ਲੱਗੇ, ਧੀਏ, ਫਿਰ ਜਿਹਦੇ ਕਰਕੇ ਤੂੰ ਆਈਆਂ, ਜਿਹਨੂੰ ਲਿਆਈਆਂ ਨਾਲ, ਉਹਨੂੰ ਬਾਹਰ ਕਿਉਂ ਖੜਾ ਕੀਤਾ? ਸਭ ਕੁਝ ਜਾਣਦੇ ਨੇ ਮਹਾਰਾਜ ਜੀ, ਬਾਹਰ ਖੜਾ ਕਿਉਂ ਕੀਤਾ ਉਹਨੂੰ? ਹੁਣ ਜਿਹਨੂੰ ਨਾਲ ਲੈ ਕੇ ਆਈਆਂ, ਉਹਨੂੰ ਅੰਦਰ ਲਿਆ। ਮਨ ਵਿੱਚ ਖੁਸ਼ੀ ਪੈਦਾ ਹੋਈ। ਛੇਤੀ ਛੇਤੀ ਗੁਰੂ ਅਮਰਦਾਸ ਜੀ ਨੂੰ ਬੁਲਾਇਆ, ਅੰਦਰ ਲਿਆਂਦਾ। ਤੇ ਕੁੜਮ ਸੀ, ਰਿਸ਼ਤੇ 'ਚ ਕੁੜਮ ਲੱਗਦੇ ਸੀ। ਗੁਰੂ ਅੰਗਦ ਸਾਹਿਬ ਜੀ ਦੇ ਕੁੜਮ ਦੇ ਭਰਾ ਕੁੜਮੇ ਲੱਗੇ। ਤੇ ਅੰਦਰ ਜਦੋਂ ਆਏ ਨਾ ਗੁਰੂ ਅਮਰਦਾਸ ਮਹਾਰਾਜ, ਤੇ ਗੁਰੂ ਅੰਗਦ ਸਾਹਿਬ ਜੀ ਨੇ ਪ੍ਰੇਮੀਓ 5 ਪੈਸੇ 5 ਰੁਪਏ ਚਾਂਦੀ ਦੇ ਜਾਂ 5 ਪੈਸੇ ਜੋ ਵੀ ਉਹ ਉਸ ਟਾਈਮ ਉਹਨਾਂ ਨੇ ਭੇਟਾ ਦਿੱਤੀ, ਸਤਿਕਾਰ ਹੁੰਦਾ। ਤੇ ਇੱਕ ਖੇਸੀ ਕੁੜਮਚਾਰੀ 'ਚ ਬੰਦਾ ਕਰਦਾ। ਜਦੋਂ ਗੁਰੂ ਅਮਰਦਾਸ ਮਹਾਰਾਜ ਆਏ ਅੰਦਰ, ਤੇ ਉਹ 5 ਰੁਪਏ ਚਾਂਦੀ ਦੇ ਤੇ ਉਹ ਇੱਕ ਖੇਸੀ ਦੇਣ ਲੱਗੇ ਨਾ, ਮਿਲਣੀ ਜਿਹੜੀ ਹੁੰਦੀ ਆ, ਪਕੜਾਏ ਜਦੋਂ। ਤੇ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਜਦੋਂ ਲੱਗ ਗਏ ਕਰਨ, ਉਹ ਪਿੱਛੇ ਹਟੇ ਤੇ ਉੱਪਰ ਚੁੱਕਿਆ ਕਿ ਤੁਸੀਂ ਕੁੜਮ ਹੋ। ਉਹ ਆਖਣ ਲੱਗੇ, ਮਹਾਰਾਜ ਜੀ, ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ। ਕੁੜਮ ਬਣ ਕੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ। ਆਪਣੇ ਚਰਨਾਂ 'ਚ ਥਾਂ ਦਿਓ। ਉਹ ਕਹਿੰਦੇ ਜੀ, ਕੁੜਮਚਾਰੀ ਕਰਨੀ ਪੈਂਦੀ ਹੈ, ਮਿਲਣੀ ਕਰਨੀ ਪੈਂਦੀ ਹੈ, ਧੀ ਵਾਲਿਆਂ ਨੂੰ ਸਤਿਕਾਰ ਕਰਨਾ ਪੈਂਦਾ, ਲੜਕੇ ਵਾਲਿਆਂ ਦਾ। ਆ ਪਕੜੋ ਭੇਟਾ। ਤੇ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ, ਸਤਿਗੁਰੂ ਜੀ, ਆ ਜਿਹੜੇ 4 ਪੈਸੇ ਨੇ ਤੁਸੀਂ ਮਾਇਆ ਦੇ ਰਹੇ ਹੋ, ਇਹ ਤਾਂ ਖਰਚ ਹੋ ਜਾਏਗੀ, ਇਹ ਤਾਂ ਖਰਚ ਹੋ ਜਾਣੀ। ਸਤਿਗੁਰੂ ਜੀ, ਮੈਨੂੰ ਉਹ ਧਨ ਦਿਓ ਦਿਓ ਜਿਹੜਾ ਲੋਕ ਪਰਲੋਕ ਦੇ ਵਿੱਚ ਮੁੱਕੇ ਨਾ। ਆ ਖੇਸੀ ਜਿਹੜਾ ਕੱਪੜਾ ਤੁਸੀਂ ਮੈਨੂੰ ਦੇ ਰਹੇ ਹੋ, ਇਹ ਤਾਂ 2-4 ਸਾਲਾਂ ਨੂੰ ਫਟ ਜਾਣਾ, ਪੁਰਾਣਾ ਹੋ ਜੂ, ਖਤਮ ਹੋ ਜਾਏਗਾ। ਮਹਾਰਾਜ ਜੀ, ਮੈਨੂੰ ਉਹ ਕੱਪੜਾ ਪਾ ਦਿਓ ਜਿਹਦੇ ਨਾਲ ਮੇਰੀ ਲੋਕ ਪਰਲੋਕ ਦੀ ਪੱਤ ਟੱਕੀ ਜਾਵੇ, ਜਿਹੜਾ ਮੇਰਾ ਲੋਕ ਪਰਲੋਕ ਟੱਪ ਲੇ, ਸਫਲਾ ਬਣਾ ਦੇ। ਪ੍ਰੇਮ ਪਟੋਲਾ ਤੈਸੋ ਦਿੱਤਾ ਢੱਕਣ ਕੂ ਪਤ ਮੇਰੀ, ਉਹ ਦੇ ਦਿਓ ਮਹਾਰਾਜ। ਉਹ ਧਨ ਦਿਓ ਨਾਮ ਦਾ, ਜਿਹੜਾ ਲੋਕ ਪਰਲੋਕ 'ਚ ਕੰਮ ਆਵੇ, ਕਦੇ ਮੁੱਕੇ ਨਾ ਖਰਚਿਆਂ। ਆਹ ਧਨ ਤਾਂ ਮੁੱਕ ਜਾਣਾ, 4 ਪੈਸੇ ਜਿਹੜੇ ਤੁਸੀਂ ਮੈਨੂੰ ਦੇ ਰਹੇ ਹੋ, ਆਹ ਕੱਪੜਾ ਵੀ ਖਤਮ ਹੋ ਜਾਏਗਾ, ਪਰ ਮੈਨੂੰ ਉਹ ਕੱਪੜਾ ਦੇ ਦਿਓ ਪ੍ਰੇਮ ਦਾ, ਨਾਮ ਦਾ, ਜਿਹੜਾ ਮੇਰਾ ਲੋਕ ਪਰਲੋਕ ਸਵਾਰ ਦੇਵੇ। ਸੋ ਪ੍ਰੇਮੀਓ, ਇਹ ਭਾਵ ਗੁਰੂ ਤੋਂ ਬਿਨਾ ਗਤ ਨਹੀਂ ਹੋਏਗੀ। ਗੁਰੂ ਅਮਰਦਾਸ ਮਹਾਰਾਜ ਦਾ ਸ਼ਬਦ ਹੈ, ਉਹਨਾਂ ਦੇ ਜੀਵਨ ਦੀ ਵਿਚਾਰ ਹੈ। ਗੁਰੂ ਤੋਂ ਬਿਨਾ ਪਾਰੋ ਤਾਰਾ ਨਹੀਂ। ਸੋ ਗੁਰੂ ਵਾਲੇ ਬਣੀਏ ਜੀ, ਗੁਰੂ ਧਾਰਨ ਕਰੀਏ। ਇੱਥੇ ਮਹਾਰਾਜ ਕਹਿੰਦੇ ਆ ਜੀ, ਗਿਆਨੀ ਗੁਰੂ ਬਿਨ ਭਗਤ ਨਾ ਹੋਵਈ। ਗੁਰੂ ਤੋਂ ਬਿਨਾ ਭਗਤ ਨਹੀਂ, ਗੁਰੂ ਤੋਂ ਬਿਨਾ ਗਿਆਨ ਨਹੀਂ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ। ਲੱਖ ਬੰਦਾ ਸਿਆਣਾ ਖਵਾਈ ਜਾਵੇ ਜੀ,
ਲੱਖ ਮੱਤਾਂ ਦੇਈ ਜਾਵੇ ਲੋਕਾਂ ਨੂੰ, ਗਿਆਨ ਵੰਡੇ, ਆਪਣੇ ਆਪ ਨੂੰ ਵਿਦਵਾਨ ਕਹਾਵੇ, ਅਕਲ ਵਾਲਾ ਮੱਤ ਵਾਲਾ ਕਹਾਵੇ। ਇੱਥੇ ਮਹਾਰਾਜ ਕਹਿੰਦੇ ਆ ਜੀ, ਗੁਰ ਕੀ ਮਤ ਤੂ ਲਹੇ ਇਆਨੇ, ਭਗਤ ਬਿਨਾਵੋ ਡੁੱਬੇ ਸਿਆਣੇ। ਵੱਡੇ ਵੱਡੇ ਸਿਆਣੇ ਅਖਵਾਉਣ ਵਾਲੇ ਡੁੱਬ ਗਏ। ਸੋ ਇਸ ਕਰਕੇ ਪ੍ਰੇਮੀਓ, ਗੁਰੂ ਦਾ ਗਿਆਨ ਅੰਦਰ ਧਾਰਨ ਕਰੀਏ। ਗੁਰੂ ਦੇ ਗਿਆਨ ਤੋਂ ਬਿਨਾਂ ਜ਼ਿੰਦਗੀ ਜਿਹੜੀ ਆ ਸਫਲ ਹੀ ਨਹੀਂ ਹੋਏਗੀ, ਜੀਵਨ ਲੇਖੇ 'ਚ ਨਹੀਂ ਲੱਗੇਗਾ।